ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਅਦੁੱਤੀ ਗੁਰੂ ਨਾਨਕ ਦੇਵਾ, ਓੰਕਾਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜੁਨ ਪਦ ਬਾਨੀ, ਨਿਰਭਉ ਹਰਿ ਗੋਬਿੰਦ ਬਖਾਨੀ। ਨਿਰਵੈਰ ਸ੍ਰੀ ਗੁਰੂ ਹਰਿ ਰਾਏ, ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ, ਸੈਭੰ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਸ੍ਰੀ ਨਾਨਕ ਪੁਰਸ਼ੋਤਮੰ ਪਰੰਪਰਾ ਵਰਨਾਥ, ਯੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰਨਾਥ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ, ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੋਹਿਲੇ, ਰਾਖਹੁ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੁਲੇ, ਰਾਖਹੁ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੁਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲਹਿ ਲੱਖ ਦਰਿਆਉ। ਭੈ ਵਿੱਚ ਪਵਨ ਵਹਿ ਸਦ ਵਾਉ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਪਾਕ ਪਵਿੱਤਰ ਵਡਭਾਗੀ ਸਮਾਂ ਹੈ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੀ। ਪ੍ਰਕਾਸ਼ਮਾਨ ਹੋ ਕੇ ਸਾਨੂੰ ਜੀਵਾਂ ਨੂੰ, ਕਲਯੁਗੀਆਂ ਨੂੰ ਇੰਨੀ ਵੱਡੀ ਦਾਤ ਬਖਸ਼ਦੀ, ਆਪਣੇ ਦਰਸ਼ਨ ਦੇ ਦਾਰੇ ਬਖਸ਼ ਦਿੱਤੇ। ਸਾਡੇ ਤੇ ਤਰਸ ਕੀਤਾ ਸਤਿਗੁਰਾਂ ਨੇ, ਕਿਰਪਾ ਮਹਿਰਾਮਤ ਕੀਤੀ ਹੈ। ਬੜੀ ਵੱਡੀ ਦਾਤੇ ਨੇ ਦਾਤ ਵਰਤਾਈ ਹੈ ਭਾਈ। ਜਨਮਾਂ ਜਨਮਾਂਤਰਾਂ ਦੇ ਭੁੱਖ ਜਿਹੜੀ ਉਹ ਮੇਟ ਦਿੱਤੀ ਸਤਿਗੁਰਾਂ ਨੇ।
ਗੁਰੂ ਕੀ ਸਾਧ ਸੰਗਤ ਦਾ ਆਨੰਦ ਮਾਣਨਾ ਮਿਲ ਰਿਹਾ ਹੈ। ਬੜੀ ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ ਹੈ। ਆਓ ਭਾਈ, ਜੋ ਲੜੀਵਾਰ ਕਥਾ ਸ੍ਰੀ ਆਸਾ ਜੀ ਕੀ ਵਾਰ ਕੀ ਗੁਰਸਿੱਖਾਂ ਦੇ ਹੁਕਮ ਦੇ ਨਾਲ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਰੰਭ ਹੈ। 3 ਪੌੜੀਆਂ ਦੀ ਜਿਹੜੀ ਵਿਆਖਿਆ ਹੈ ਸਤਿਗੁਰਾਂ ਨੇ ਕਰਵਾ ਲਈ ਹੈ। ਚੌਥੇ ਸ਼ਲੋਕ ਦੀ ਵਿਆਖਿਆ ਪ੍ਰਾਰੰਭ ਕਰੀਏ। ਮਨੋ ਬਿਰਤੀਆਂ ਨੂੰ ਇਕਾਗਰ ਕਰੀਏ ਜੀ, ਸ਼ਬਦ ਸੁਰਤ ਦਾ ਮੇਲ ਬਣਾਈਏ, ਮਨ ਇਕਾਗਰ ਕਰੀਏ। ਧਿਆਨ ਦੇ ਨਾਲ ਸਾਰੇ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਸਰੂਪ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਆ। ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਆ। ਖੁਦ ਖੁਦਾ ਧੰਨ ਜਗਤ ਸੁਆਮੀ, ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ। ਸ੍ਰੀ ਆਸਾ ਜੀ ਕੀ ਗੁਰਬਾਣੀ ਦੇ ਅੰਦਰ ਵਰਣਨ ਕਰਦੇ ਹਨ। ਭੈ ਵਿੱਚ ਪਵਨ ਵਹੈ ਸਦ ਵਾਉ। ਪਾਗਪਟਨਮ ਦੀ ਧਰਤੀ ਹੈ। ਜਦੋਂ ਸਤਿਗੁਰੂ ਜੀ ਜਗਤ ਜਲੰਧੇ ਨੂੰ ਤਾਰਦੇ ਹੋਏ ਪਾਗਪਟਨਮ ਦੀ ਧਰਤੀ ਤੇ ਪਹੁੰਚੇ ਨਾ, ਉੱਥੇ ਸੇਖ ਬ੍ਰਹਮ ਨਾਮ ਦਾ ਇੱਕ ਵਿਅਕਤੀ ਰੱਬ ਨਾਲ ਜੁੜਿਆ ਹੋਇਆ, ਰੱਬ ਨਾਲ ਪ੍ਰੇਮ ਰੱਖਣ ਵਾਲਾ, ਉਹ ਸਤਿਗੁਰਾਂ ਨੂੰ ਮਿਲਿਆ ਤੇ ਵਾਰਤਾਲਾਪ ਹੋਈ। ਜਿਹੜੇ 9 ਸ਼ਲੋਕ ਨੇ ਨਾ ਸ੍ਰੀ ਆਸਾ ਜੀ ਕੀ ਵਾਰ ਕੇ, ਇਹ ਉਹਦੇ ਨਾਲ ਵਾਰਤਾਲਾਪ ਹੋਈ ਕਹਿੰਦੇ ਨੇ। ਅੱਜ ਚੌਥਾ ਸ਼ਲੋਕ ਪ੍ਰਾਰੰਭ ਹੈ। ਕਹਿੰਦੇ ਹਨ ਕਿ ਪਾਗਪਟਨਮ ਦੀ ਧਰਤੀ ਦੇ ਉੱਤੇ ਸੇਖ ਬ੍ਰਹਮ ਜੀ ਨੇ ਸਤਿਗੁਰਾਂ ਨੂੰ ਪੁੱਛਿਆ ਕਿ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਦੱਸੋ ਕਿ ਜੋ ਕੁਝ ਵੀ ਹੈ ਉਹ ਪਰਮੇਸ਼ਰ ਦੇ ਭਾਣੇ ਅੰਦਰ ਹੈ। ਇਹ ਤੇ ਮੰਨ ਲਿਆ, ਪਰ ਕਿਰਪਾ ਕਰਕੇ ਦੱਸੋ ਕਿ ਉਹਦੇ ਡਰ ਅੰਦਰ ਵੀ ਹੈ, ਉਹਦਾ ਡਰ ਵੀ ਸਾਰਿਆਂ ਨੂੰ ਹੈ ਕਿ ਨਹੀਂ। ਫਿਰ ਮਹਾਰਾਜ ਸਾਹਿਬ ਜੀ ਉਸ ਗੁਰਸਿੱਖ ਦੀ ਬਾਬਤ ਸਾਰੇ ਸੰਸਾਰ ਨੂੰ ਉਪਦੇਸ਼ ਬਖਸ਼ਦੇ ਨੇ। ਭੈ ਵਿੱਚ ਪਵਨ ਵਹੈ ਸਦ ਵਾਉ। ਮਹਾਰਾਜ ਸਾਹਿਬ ਕਹਿੰਦੇ ਸੇਖ ਬ੍ਰਹਮ ਜੀ, ਜਿਹੜੀ ਪਵਨ ਹੈ ਨਾ, ਪਵਨ ਹਵਾ ਚੱਲਦੀ ਹੈ ਜਿਹੜੀ ਕਦੀ ਰੁਕਦੀ ਨਹੀਂ, ਭਾਵੇਂ ਥੋੜੀ ਚੱਲੇ ਤੇ ਭਾਵੇਂ ਤੇਜ਼ ਚੱਲੇ। ਇਹ ਮਹਾਰਾਜ ਸਾਹਿਬ ਕਹਿੰਦੇ ਜਿਹੜੀ ਹਵਾ ਚੱਲਦੀ ਹੈ ਹਮੇਸ਼ਾ ਹੀ ਸਦ ਵਾਉ, ਹਮੇਸ਼ਾ ਹੀ ਚੱਲੀ ਜਾਂਦੀ ਹੈ। ਛਾਂ ਛਾਂ ਦੀ ਆਵਾਜ਼ ਦੇ ਨਾਲ ਸਦ ਵਾਉ ਕਹੀਏ ਚੱਲੀ ਜਾਂਦੀ ਹੈ, ਜਾਂ ਇਹ ਕਹਿ ਲਓ ਕਿ ਹਮੇਸ਼ਾ ਹੀ ਚੱਲੀ ਜਾਂਦੀ ਹੈ। ਮਹਾਰਾਜ ਸਾਹਿਬ ਕਹਿੰਦੇ ਇਹ ਵੀ ਪਰਮੇਸ਼ਰ ਦੇ ਭੈ ਅੰਦਰ ਹੈ। ਇਹਨੂੰ ਵੀ ਉਸ ਵਾਹਿਗੁਰੂ ਦਾ ਡਰ ਹੈ, ਉਸ ਅੱਲਾ ਦਾ ਡਰ ਹੈ। ਇਸ ਨੂੰ ਵੀ ਇਹ ਵੀ ਪਰਮੇਸ਼ਰ ਦੇ ਭੈ ਅੰਦਰ ਹੀ ਵਗਦੀ ਹੈ। ਭੈ ਵਿੱਚ ਚੱਲਹਿ ਲੱਖ ਦਰਿਆਉ। ਮਹਾਰਾਜ ਸਾਹਿਬ ਪ੍ਰਮਾਣ ਕਰਦੇ ਹਨ ਕਿ ਪਰਮੇਸ਼ਰ ਦੇ ਡਰ ਦੇ ਅੰਦਰ ਹੀ ਜਿਹੜੇ ਲੱਖਾਂ ਦਰਿਆ ਨੇ ਨਾ, ਉਹ ਪਰਮੇਸ਼ਰ ਦੇ ਡਰ ਦੇ ਅੰਦਰ ਹੀ ਚੱਲਦੇ, ਕਦੀ ਆਪਣੀ ਮਰਿਆਦਾ ਤੋਂ ਬਾਹਰ ਨਹੀਂ ਹੁੰਦੇ। ਜੇ ਬਾਹਰ ਹੋ ਜਾਣ ਫਿਰ ਤੇ ਭਾਈ ਰੋਜ਼ ਹੀ ਹੜ੍ਹ ਆ ਜਾਇਆ ਕਰੇ। ਇਹ ਤੇ ਪਰਮੇਸ਼ਰ ਦੀ ਕਿਰਪਾ ਹੈ। ਜਿਸ ਪ੍ਰਕਾਰ ਉਸ ਪਰਮੇਸ਼ਰ ਦਾ ਹੁਕਮ ਵਰਤਦਾ ਹੈ ਉਸ ਪ੍ਰਕਾਰ ਹੀ ਸਾਰਾ ਕੁਝ ਚੱਲਦਾ ਹੈ। ਜੇ ਪਵਨ ਭੈ ਦੇ ਵਿੱਚ ਨਾ ਹੋਵੇ ਹਵਾ ਤੇ ਰੋਜ਼ ਹੀ ਨੀਂਹ ਹਨੇਰੀ ਆ ਜਾਇਆ ਕਰੇ, ਰੋਜ਼ ਹੀ ਹਨੇਰੀਆਂ ਚੱਲਿਆ ਕਰਨ, ਬੜਾ ਜ਼ਿਆਦਾ ਨੁਕਸਾਨ ਹੋਵੇ। ਪਰ ਜਿਹੜੀ ਪਵਨ ਵਗਦੀ ਹੈ ਵੀ ਪਰਮੇਸ਼ਰ ਦੇ ਹੁਕਮ ਅੰਦਰ ਹੈ। ਜਿਵੇਂ ਆਮ ਤੌਰ ਤੇ ਕਹਿੰਦੇ ਹਨ ਕਿ 999 ਜਿਹੜੀ ਨਦੀ ਹੈ ਨਾ, ਉਹ ਸਮੁੰਦਰ ਦੇ ਵਿੱਚ ਪੈਂਦੀ ਹੈ।
ਇੱਥੇ ਤੇ ਮਹਾਰਾਜ ਸਾਹਿਬ ਨੇ ਗੱਲ ਹੀ ਲੱਖਾਂ ਦੀ ਕਰਤੀ ਕਿ ਉਹ ਦਰਿਆਵਾਂ ਦਾ ਵੀ ਅੰਤ ਨਹੀਂ ਕੋਈ, ਜਿਹੜੇ ਪਰਮੇਸ਼ਰ ਦੇ ਪੈਦਾ ਕੀਤੇ ਨੇ। ਤੇ ਜਿੰਨੇ ਵੀ ਲੱਖਾਂ ਦਰਿਆ ਨੇ ਨਾ, ਉਹ ਸਾਰੇ ਪਰਮੇਸ਼ਰ ਦੇ ਹੁਕਮ ਅੰਦਰ ਵਰਤਦੇ ਨੇ। ਭੈ ਵਿੱਚ ਅਗਨ ਕੱਢੈ ਵੀਗਾਰ। ਸਤਿਗੁਰੂ ਜੀ ਕਹਿੰਦੇ ਜਿਹੜੀ ਅਗਨੀ ਹੈ, ਕਿਤੇ ਤੇ ਉਹ ਅਗਨੀ ਸੂਖਮ ਰੂਪ ਹੋ ਕੇ ਜਿੱਤੇ ਮਾਈਆਂ ਪ੍ਰਸ਼ਾਦੇ ਲਾਉਂਦੀਆਂ ਨੇ ਉਹ ਰੂਪ ਧਾਰਨ ਕੀਤਾ ਹੈ। ਕਿਤੇ ਬੜਬਾਨਲ ਹੋ ਕੇ ਸਮੁੰਦਰ ਦੇ ਵਿੱਚ ਸਮੁੰਦਰ ਦਾ ਹੀ ਜਲ ਸਾੜੀ ਜਾ ਰਹੀ। ਜਿਹੜਾ ਪਾਣੀ ਅਗਨੀ ਨੂੰ ਬੁਝਾਉਂਦਾ ਹੈ, ਪਰ ਉਹ ਅਗਨੀ ਪਾਣੀ ਦੇ ਵਿੱਚ ਹੀ ਪੈਦਾ ਹੋ ਕੇ ਪਾਣੀ ਨੂੰ ਹੀ ਸਾੜੀ ਜਾ ਰਹੀ ਹੈ। ਕਿਤੇ ਤੇ ਇੱਕ ਚੰਗਿਆੜੀ ਤੋਂ ਬੜੀਆਂ ਮੀਲਾਂ ਦਾ ਜਿਹੜਾ ਵੱਡਾ ਜੰਗਲ ਦਾ ਆਕਾਰ ਹੈ ਉਹ ਸੜ ਕੇ ਸਵਾਹ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਕਿ ਸੇਖ ਬ੍ਰਹਮ ਜੀ ਇਹ ਜਿਹੜਾ ਪਸਾਰਾ ਹੈ, ਜਿੰਨੀ ਵੀ ਅਗਨੀ ਵਰਤਦੀ ਹੈ, ਜਿੰਨੀ ਵੀ ਅਗਨੀ ਦੇ ਰੂਪ ਹਨ, ਇਹ ਵੀ ਪਰਮੇਸ਼ਰ ਦੇ ਭੈ ਅੰਦਰ ਹੈ। ਭੈ ਵਿੱਚ ਧਰਤੀ ਦੱਬੀ ਭਾਰ। ਸਤਿਗੁਰੂ ਜੀ ਕਹਿੰਦੇ ਜਿਹੜੀ ਧਰਤੀ ਹੈ ਨਾ, ਇਹ ਦੱਬੀ ਹੈ ਭੈ ਦੇ ਨਾਲ। ਉਸ ਪਰਮੇਸ਼ਰ ਦੇ ਡਰ ਦੇ ਵਿੱਚ ਹੀ ਦੱਬੀ ਫਿਰਦੀ ਹੈ ਧਰਤੀ। ਜੇ ਕਹੀਏ ਕਿ ਕਿਸੇ ਨੇ ਧਰਤੀ ਦੱਬੀ ਹੈ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਕਿਸੇ ਦੇ ਸਿਰ ਕਰਜ਼ੇ ਦਾ ਭਾਰ ਹੈ, ਜਾਂ ਧੀਆਂ ਪੁੱਤਰਾਂ ਦਾ ਭਾਰ ਹੈ, ਜ਼ਿੰਮੇਵਾਰੀਆਂ ਦਾ ਭਾਰ ਹੈ। ਸਤਿਗੁਰੂ ਜੀ ਕਹਿੰਦੇ ਜੇ ਧਰਤੀ ਦੇ ਸਿਰ ਤੇ ਭਾਰ ਹੈ ਨਾ ਕੋਈ, ਉਹ ਪਰਮੇਸ਼ਰ ਦੇ ਡਰ ਦਾ ਭਾਰ ਹੈ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਇੰਦਰ ਰਾਜਾ ਹੈ, ਉਹਨੂੰ ਕੀ ਹੁਕਮ ਹੈ ਕਿ ਉਹਨੇ ਮੀਂਹ ਪਾਉਣਾ ਹੈ ਲੋੜ ਅਨੁਸਾਰ। ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੋਵੇ ਉਸ ਹਿਸਾਬ ਦੇ ਨਾਲ ਉਹ ਵਰਖਾ ਪਾਉਂਦਾ ਹੈ। ਉਹਨੂੰ ਕੀ ਡਰ ਹੈ ਪਰਮੇਸ਼ਰ ਦਾ? ਇੱਕ ਤੇ ਉਹਨੂੰ ਆਪਦੀ ਪਦਵੀ ਦਾ ਬੜੀ ਛੇਤੀ ਡਰ ਹੋ ਜਾਂਦਾ ਹੈ ਕਿ ਮੇਰੀ ਪਦਵੀ ਨਾ ਕਿਤੇ ਕੋਈ ਖੋਹ ਲਵੇ, ਤੇ ਇੱਕ ਉਹਨੂੰ ਆਪਦੀ ਜਾਨ ਦੀ ਜ਼ਿਆਦਾ ਕੀਮਤ ਲੱਗਦੀ ਹੈ। ਉਹ ਇਹਨਾਂ ਡਰਾਂ ਕਰਕੇ ਹੀ ਪਰਮੇਸ਼ਰ ਦੇ ਹੁਕਮ ਅੰਦਰ ਹੈ, ਕਿਉਂਕਿ ਬਾਹਰ ਨਹੀਂ ਜਾ ਸਕਦਾ। ਜੇ ਬਾਹਰ ਜਾਵੇਗਾ ਤੇ ਉਸ ਦਾ ਅੰਤ ਹੋ ਜਾਵੇਗਾ। ਉਹ ਵੀ ਮਹਾਰਾਜ ਸਾਹਿਬ ਕਹਿੰਦੇ ਪਰਮੇਸ਼ਰ ਦੇ ਡਰ ਦੇ ਅੰਦਰ ਰਹਿ ਕੇ ਮੀਂਹ ਵਰਤਾਉਂਦਾ ਹੈ। ਭੈ ਵਿੱਚ ਰਾਜਾ ਧਰਮ ਦੁਆਰ। ਜਿਹੜਾ ਧਰਮ ਰਾਜਾ ਹੈ ਪਰਮੇਸ਼ਰ ਦੇ ਦੁਆਰ ਦੇ ਅੱਗੇ, ਜਿਹੜਾ ਸਾਰੇ ਜੀਵਾਂ ਦਾ ਲੇਖਾ ਜੋਖਾ ਕਰਦਾ ਹੈ। ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਜਿੰਨੇ ਵੀ ਪੁੰਨਦਾਨ ਬੀਜਦਾ ਹੈ ਜੀਵ, ਉਹ ਜਿਹੜੇ ਧਰਮ ਰਾਜੇ ਕੋ ਜਾਂਦੇ ਨੇ, ਮਹਾਰਾਜ ਸਾਹਿਬ ਕਹਿੰਦੇ ਉਹ ਧਰਮ ਰਾਜਾ ਵੀ ਪਰਮੇਸ਼ਰ ਦੇ ਡਰ ਅੰਦਰ ਵਰਤਦਾ ਹੈ। ਭੈ ਵਿੱਚ ਸੂਰਜ ਭੈ ਵਿੱਚ ਚੰਦ। ਜਿਹੜੇ ਲੱਖਾਂ ਕਰੋੜਾਂ ਸੂਰਜ ਨੇ ਨਾ, ਤੇ ਅਣਗਿਣਤੀ ਚੰਦ ਨੇ, ਇਹ ਵੀ ਪਰਮੇਸ਼ਰ ਦੇ ਭੈ ਅੰਦਰ ਹੀ ਹਨ। ਕੋਹ ਕਰੋੜੀ ਚਲਤ ਨਾ ਅੰਤ। ਸਤਿਗੁਰੂ ਜੀ ਕਹਿੰਦੇ ਕਿ ਕਰੋੜਾਂ ਹੀ ਕੋਹ ਚੱਲਦੇ ਨੇ, ਪਰ ਅੰਤ ਨਹੀਂ ਇਹਨਾਂ ਦਾ ਵੀ ਕੋਈ, ਕਿ ਕਿੰਨੇ ਕੁ ਨੇ, ਕਿੰਨੇ ਕੁ ਹੋ ਸਕਦੇ ਨੇ, ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ। ਤੇ ਇਹ ਜਿਹੜੇ ਕਰੋੜਾਂ ਚੰਦ ਸੂਰਜ ਨੇ, ਜਿਹੜੇ ਚੱਲਦੇ ਵੀ ਕਰੋੜਾਂ ਕੋਹਾਂ ਤੱਕ ਨੇ, ਸਤਿਗੁਰੂ ਜੀ ਕਹਿੰਦੇ ਉਹ ਵੀ ਭੈ ਅੰਦਰ ਵਰਤ ਰਹੇ ਨੇ। ਭੈ ਵਿੱਚ ਸਿੱਧ ਬੁੱਧ ਸੁਰਨਾਥ। ਮਹਾਰਾਜ ਸਾਹਿਬ ਕਹਿੰਦੇ ਜਿਹੜੇ 84 ਸਿੱਧ ਨੇ, ਗੋਰਖਨਾਥ ਦੇ ਚੇਲੇ, ਮਛੰਦਰਨਾਥ ਦੇ ਉਪਾਸਕ, ਇਹ ਕਹਿੰਦੇ ਜਿਹੜੇ 84 ਸਿੱਧ ਨੇ, ਜਾਂ ਸਿੱਧੀਆਂ ਕਮਾਉਣ ਵਾਲੇ, ਬੁੱਧ ਕਹੀਏ ਕਿ ਬੁੱਧ ਅਵਤਾਰ ਦੇ ਉਪਾਸਕ ਨੇ, ਜਾਂ ਕਹਿ ਲਈਏ ਕਿ ਬੁੱਧੀਮਾਨ ਨੇ, ਜਿਹੜੇ ਸੁਰਨਾਥ, ਸੁਰ ਦੇਵਤੇ ਹੋ ਗਏ 33 ਕਰੋੜ, ਨਾਥ ਕਹੀਏ ਕਿ 9 ਨਾਥ, ਜਾਂ ਇਹ ਕਹਿ ਲਓ ਕਿ ਜਿਹੜਾ ਦੇਵਤਿਆਂ ਦਾ ਨਾਥ ਕਹੀਏ ਕਿ ਇੰਦਰ ਰਾਜਾ ਹੈ ਨਾ। ਸਤਿਗੁਰੂ ਜੀ ਕਹਿੰਦੇ 84 ਸਿੱਧ, ਸਿੱਧੀਆਂ ਲਾਉਣ ਵਾਲੇ ਬੁੱਧੀਮਾਨ ਜੀਵ, ਜਿੰਨੇ ਵੀ ਦੇਵਤੇ ਹਨ, 9 ਨਾਥ ਹਨ, ਇਹ ਸਾਰੇ ਪਰਮੇਸ਼ਰ ਦੇ ਭੈ ਅੰਦਰ ਹਨ। ਭੈ ਵਿੱਚ ਆਡਾਣੇ ਆਕਾਸ। ਕਲਗੀਧਰ ਮਹਾਰਾਜ ਸਾਹਿਬ ਜੀ ਦਾ ਵਚਨ ਹੈ,
ਬਿਨ ਥੰਮਾ ਗਗਨ ਰਹਾਇਆ। ਚੰਡੀ ਦੀ ਵਾਰਤਾ ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਹੈ, ਸਿਰਜੇ ਦਾਨੋ ਦੇਵਤੇ ਬਿਨ ਥੰਮਾ ਗਗਨ ਰਹਾਇਆ। ਕਲਗੀਧਰ ਮਹਾਰਾਜ ਸਾਹਿਬ ਫਰਮਾਨ ਕਰਦੇ ਨੇ ਕਿ ਬਿਨਾ ਥੰਮਾ ਤੋਂ ਹੀ ਵਾਹਿਗੁਰੂ ਨੇ ਐਡਾ ਵੱਡਾ ਆਕਾਸ਼ ਰੱਖ ਦਿੱਤਾ, ਕੋਈ ਉਹਨੂੰ ਕਿਸੇ ਪ੍ਰਕਾਰ ਦੀ ਸਪੋਰਟ ਨਹੀਂ ਲਾਈ। ਜੇ ਜੀਵ ਧਰਤੀ ਤੇ ਜਿੰਨੀ ਦੂਰ ਮਰਜ਼ੀ ਚਲਾ ਜਾਵੇ, ਕਿਤੇ ਸਮੁੰਦਰ ਆ ਜਾਵੇਗਾ, ਕਿਤੇ ਧਰਤੀ ਆ ਜਾਵੇਗੀ, ਪਰ ਜੇ ਕਿਤੇ ਤਾਂ ਨੂੰ ਝਾਤੀ ਮਾਰੇ ਨਾ, ਆਕਾਸ਼ ਨਹੀਂ ਮੁੱਕਦਾ ਕਦੇ। ਜਿੱਥੋਂ ਤੱਕ ਵੇਖ ਲਓ ਮਰਜ਼ੀ, ਆਕਾਸ਼ ਨਹੀਂ ਕਦੀ ਮੁੱਕੇਗਾ। ਇਹ ਜਿਹੜਾ ਆਕਾਸ਼ ਹੈ ਇੰਨੀ ਦੂਰ ਤੱਕ, ਜਿਹਦੇ ਥੱਲੇ ਕੋਈ ਸਪੋਰਟ ਵੀ ਨਹੀਂ ਲੱਗੀ, ਮਹਾਰਾਜ ਸਾਹਿਬ ਕਹਿੰਦੇ ਉਹ ਵੀ ਭੈ ਦੇ ਅੰਦਰ ਹੀ ਹੈ। ਭੈ ਵਿੱਚ ਜੋਧ ਮਹਾਬਲ ਸੂਰ। ਜਿਹੜੇ ਮਹਾਬਲੀ ਸੂਰਮੇ ਨੇ, ਯੋਧੇ ਨੇ ਤਗੜੇ, ਮਹਾਬਲੀ, ਮਹਾਰਥੀ, ਰਥੀ, ਅਥ ਰਥੀ, ਇਹ ਜਿੰਨੇ ਵੀ ਸੂਰਮੇ ਨੇ ਨਾ, ਭਾਵੇਂ ਕੋਈ ਆਤਮਿਕ ਗਿਆਨ ਦਾ ਸੂਰਮਾ ਹੈ ਤੇ ਭਾਵੇਂ ਕੋਈ ਸੰਸਾਰਕ ਸੂਰਮਾ ਹੈ, ਇਹ ਸਾਰੇ ਪਰਮੇਸ਼ਰ ਦੇ ਭੈ ਵਿੱਚ ਨੇ। ਭੈ ਵਿੱਚ ਆਵਹਿ ਜਾਵਹਿ ਪੂਰ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਜੀਵਾਂ ਦੇ ਪੂਰ ਨੇ, ਪੂਰਾਂ ਦੇ ਪੂਰ ਹੀ ਧਰਤੀ ਤੇ ਆਉਂਦੇ ਨੇ। ਕੋਈ ਇੱਕ ਜੀਵ ਦਾ ਜਨਮ ਨਹੀਂ ਹੁੰਦਾ ਦਿਹਾੜੀ ਦੇ ਵਿੱਚ, ਪਤਾ ਨਹੀਂ 1 ਮਿੰਟ ਦੇ ਵਿੱਚ ਕਿੰਨਿਆਂ ਜੀਵਾਂ ਦਾ ਜਨਮ ਹੋ ਜਾਂਦਾ। ਪੂਰਾਂ ਦੇ ਪੂਰ ਹੀ ਮਹਾਰਾਜ ਸਾਹਿਬ ਕਹਿੰਦੇ ਆਵਹਿ ਜਾਵਹਿ, ਪਤਾ ਨਹੀਂ ਲੱਗਦਾ ਕਿ ਕਿੰਨੇ ਕੁ ਜੀਵ ਆਉਂਦੇ ਨੇ ਤੇ ਕਿੰਨੇ ਕੁ ਜਾਂਦੇ ਨੇ। ਪੂਰਾਂ ਦੇ ਪੂਰੀ ਇੱਥੋਂ ਜਾਂਦੇ ਨੇ ਤੇ ਪੂਰਾਂ ਦੇ ਪੂਰੀ ਜਨਮ ਲੈਂਦੇ ਨੇ। ਸਤਿਗੁਰੂ ਜੀ ਕਹਿੰਦੇ ਜਿਹੜੀ ਇਹ ਪ੍ਰਕਿਰਿਆ ਹੈ, ਇਹ ਪ੍ਰਕਿਰਿਆ ਕਰਨ ਵਾਲੇ ਜਿਹੜੇ ਜੀਵ ਹਨ, ਇਹ ਸਾਰੇ ਉਸ ਪਰਮੇਸ਼ਰ ਦੇ ਭੈ ਅੰਦਰ, ਡਰ ਅੰਦਰ ਹਨ। ਸਗਲਿਆ ਭਉ ਲਿਖਿਆ ਸਿਰ ਲੇਖ। ਅਖੀਰ ਨੂੰ ਮਹਾਰਾਜ ਸਾਹਿਬ ਆਂਦੇ ਕਿ ਸਾਰਿਆਂ ਦੇ ਸਿਰ ਤੇ ਪਰਮੇਸ਼ਰ ਨੇ ਇੱਕ ਲੇਖ ਲਿਖਿਆ ਹੈ। ਉਹ ਲੇਖ ਕਾਹਦਾ ਹੈ? ਡਰ ਦਾ, ਕਿ ਜਿੰਨੇ ਜੀਵ ਹਨ ਸਾਰੇ ਪਰਮੇਸ਼ਰ ਦੇ ਡਰ ਅੰਦਰ ਹਨ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜੇ ਕੋਈ ਡਰ ਤੋਂ ਰਹਿਤ ਹੈ, ਕਿਉਂਕਿ ਸੇਖ ਬ੍ਰਹਮ ਜੀ ਪੁੱਛਣ ਲੱਗੇ ਕਿ ਸਤਿਗੁਰੂ ਜੀ ਦੱਸੋ, ਤੁਸੀਂ ਕਿਹਾ ਕਿ ਜੋ ਵੀ ਪਸਾਰਾ ਹੈ ਡਰ ਦੇ ਅੰਦਰ ਹੈ, ਤੇ ਕਿਆ ਦੱਸੋ ਕਿ ਡਰ ਤੋਂ ਰਹਿਤ ਵੀ ਕੋਈ ਹੋਵੇਗਾ? ਸਤਿਗੁਰੂ ਜੀ ਕਹਿੰਦੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਨਾਨਕ ਨਾਮ ਦੀ ਮੋਹਰ ਲਾ ਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹ ਨਿਰਭਉ ਨਿਰੰਕਾਰ ਸੱਚ ਏਕ, ਜਿਹੜਾ ਇੱਕ ਓੰਕਾਰ ਸੱਚਾ ਵਾਹਿਗੁਰੂ ਹੈ ਨਾ, ਉਹ ਨਿਰਭਉ ਹੈ, ਉਹ ਡਰ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਤੇ ਇੱਕ ਜਿਹੜੇ ਉਹਦੇ ਸੰਤ ਮਹਾਂਪੁਰਖ ਨੇ, ਉਹਦੀ ਬੰਦਗੀ ਕਰਨ ਵਾਲੇ, ਉਹਦਾ ਭਜਨ ਕਰਨ ਵਾਲੇ, ਜਿਨ੍ਹਾਂ ਦੀ ਬਾਬਤ ਨਾਵੇਂ ਪਾਤਸ਼ਾਹ ਫਰਮਾਉਂਦੇ ਨੇ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ, ਕਿ ਨਾ ਤੇ ਕਿਸੇ ਨੂੰ ਉਹ ਡਰ ਦਿੰਦੇ ਨੇ ਤੇ ਨਾ ਕਿਸੇ ਤੋਂ ਡਰ ਲੈਂਦੇ। ਕਿਸੇ ਦਾ ਜ਼ੋਰ ਜੁਰਮ ਸਹਿੰਦੇ ਵੀ ਨਹੀਂ ਤੇ ਕਿਸੇ ਤੇ ਕਰਦੇ ਵੀ ਨਹੀਂ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਉਹ ਪਰਮੇਸ਼ਰ ਦੇ ਬੰਦਗੀ ਭਜਨ ਕਰਨ ਵਾਲੇ ਨੇ, ਤੇ ਉਹ ਜਿਹੜਾ ਪਰਮੇਸ਼ਰ ਹੈ ਨਿਰਾਕਾਰ, ਕਹੀਏ ਕਿ ਆਕਾਰ ਤੋਂ ਰਹਿਤ ਜਿਹੜਾ ਨਿਰਾਕਾਰ ਹੈ, ਉਹ ਪਰਮੇਸ਼ਰ ਹੀ ਡਰ ਤੋਂ ਰਹਿਤ ਹੈ। ਮਹੱਲਾ ਪਹਿਲਾ। ਪਹਿਲੇ ਸਰੂਪ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿ ਉਹ ਨਿਰਭਉ ਨਿਰੰਕਾਰ, ਜਿਹੜਾ ਅੱਲਾ ਵਾਹਿਗੁਰੂ ਗੌਡ ਹੈ ਨਾ, ਇੱਕ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਾਰਿਆਂ ਦੇ ਵਿੱਚ ਵਰਤਦਾ ਹੈ, ਸਾਰਿਆਂ ਨੂੰ ਜਿਹਦਾ ਡਰ ਹੈ, ਨਿਰਭਉ ਨਿਰੰਕਾਰ ਅਕਾਲ ਪੁਰਖ ਦਾ। ਮਹਾਰਾਜ ਸਾਹਿਬ ਕਹਿੰਦੇ ਹੋਰ ਕੀਤੇ RAM ਰਵਾਲ, ਉਹ ਪਰਮੇਸ਼ਰ ਹੀ ਸਾਰਿਆਂ ਦੇ ਵਿੱਚ ਡਰ ਵਰਤਾਉਂਦਾ ਹੈ। ਹੋਰ ਜਿੰਨੇ ਵੀ ਰਾਮ ਕ੍ਰਿਸ਼ਨ ਹਨ, ਜੇਤੇ ਰਾਮ ਹੁਏ ਤੇਤੇ ਅੰਤ ਮੁਏ, ਜਿਤੇ ਕ੍ਰਿਸ਼ਨ ਹੋਇਆ ਹੈ ਤੇਤੇ ਕਾਲ ਜੈ ਹੈ। ਕਲਗੀਧਰ ਮਹਾਰਾਜ ਸਾਹਿਬ ਦਾ ਵਚਨ ਹੈ ਕਿ ਜਿੰਨੇ ਵੀ ਰਾਮ ਦੇ ਅਵਤਾਰ ਹੋਏ, ਰਾਮ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਮਹਾਰਾਜ ਸਾਹਿਬ ਕਹਿੰਦੇ ਇਹਨਾਂ ਦੇ ਜਿੰਨੇ ਅਵਤਾਰ ਹਨ ਸਾਰੇ ਕਾਲ ਦੀ ਫਾਹੀ ਨੂੰ ਗਏ। ਰਵਾਲ ਕਹੀਏ ਕਿ ਜਿੰਨੇ ਵੀ ਰਾਮ ਚੰਦਰ ਜੀ ਦੇ, ਕ੍ਰਿਸ਼ਨ ਜੀ ਦੇ ਅਵਤਾਰ ਨੇ, ਪਰਮੇਸ਼ਰ ਦੇ ਕਿਣਕਾ, ਪਰਮੇਸ਼ਰ ਦੇ ਸਾਹਮਣੇ ਤੇ ਕਿਣਕੇ ਹਨ।
ਜਿਵੇਂ ਚਰਨਾਂ ਦੀ ਧੂੜੀ ਹੁੰਦੀ ਹੈ ਨਾ, ਇਹ ਜਿਹੜੇ ਰਾਮ ਕ੍ਰਿਸ਼ਨ ਦੇ ਅਵਤਾਰ ਨੇ, ਇਹ ਤੇ ਪਰਮੇਸ਼ਰ ਦੇ ਚਰਨਾਂ ਦੀ ਧੂੜੀ ਹੈ। ਤਾਈਓ ਤੇ ਕਲਗੀਧਰ ਮਹਾਰਾਜ ਸਾਹਿਬ ਨੇ ਕਿਹਾ, ਕਿਸ਼ਨ ਵਿਸ਼ਨ ਕਬਹੂ ਨਾ ਧਿਆਨ, ਕਿ ਅਸੀਂ ਨਹੀਂ ਕ੍ਰਿਸ਼ਨ ਤੇ ਵਿਸ਼ਨੂੰ ਨੂੰ ਮੰਨਦੇ, ਅਸੀਂ ਤੇ ਕੇਵਲ ਅਕਾਲ ਪੁਰਖ ਦੇ ਉਪਾਸਕ ਹਾਂ। ਹੋਣਗੇ ਭਾਈ ਆਪੋ ਆਪਣੀ ਇਹਨਾਂ ਦੀ ਪਦਵੀ ਹੋਵੇਗੀ, ਪਰ ਸਤਿਗੁਰੂ ਜੀ ਕਹਿੰਦੇ ਅਸੀਂ ਤੇ ਕੇਵਲ ਅਕਾਲ ਪੁਰਖ ਦੇ ਉਪਾਸਕ ਹਾਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਬੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨੇ। ਮਹਾਰਾਜ ਸਾਹਿਬ ਕਹਿੰਦੇ ਜਦੋਂ ਦੇ ਆਪ ਜੀ ਦੇ ਚਰਨ ਫੜੇ ਨਾ ਅਕਾਲ ਪੁਰਖ ਜੀ, ਉਦੋਂ ਫਿਰ ਕਿਸੇ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖਿਆ, ਹੋਰ ਕਿਸੇ ਵੱਲ ਤੇ ਵੇਖਿਆ ਹੀ ਨਹੀਂ, ਮਨ ਦੇ ਵਿੱਚ ਇੱਛਾ ਹੀ ਨਹੀਂ ਧਾਰੀ ਕਿ ਹੋਰ ਵੀ ਕਿਸੇ ਨੂੰ ਮੰਨਣਾ ਹੈ। ਜਦੋਂ ਦੀ ਮਹਾਰਾਜ ਸਾਹਿਬ ਜੀ ਆਪ ਜੀ ਦੀ ਚਰਨ ਸਰਨ ਫੜੀ ਹੈ, ਆਪ ਜੀ ਦਾ ਪੱਲਾ ਫੜਿਆ ਹੈ, ਉਸ ਤੋਂ ਬਾਅਦ ਕਿਸੇ ਵੱਲ ਵੇਖਿਆ ਨਹੀਂ। ਸਗਲ ਦੁਆਰ ਕਉ ਛਾੜ ਕੇ ਕਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਜੀ ਕਹਿੰਦੇ ਜਦੋਂ ਦਾ ਆਪ ਜੀ ਦਾ ਸਤਿਗੁਰੂ ਜੀ ਪੱਲਾ ਫੜਿਆ ਨਾ, ਉਦੋਂ ਦੇ ਤੁੱਛ ਜੀਵ ਨੇ ਜਿਹੜੇ ਛੋਟੇ ਮੋਟੇ ਕਿੰਕਰਾਂ ਦੀ ਨਿਆਈ, ਉਹਨਾਂ ਦੀ ਜਿਹੜੀ ਆਸ ਹੀ ਤਾਜਦੀ ਅਸੀਂ, ਉਹਨਾਂ ਦਾ ਚੇਤਾ ਹੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਹੋਰ ਜਿੰਨੇ ਵੀ ਰਾਮ ਚੰਦਰ ਦੇ ਅਵਤਾਰ ਨੇ ਨਾ, ਕ੍ਰਿਸ਼ਨ ਜੀ ਦੇ ਅਵਤਾਰ ਨੇ, ਇਹ ਸਾਰੇ ਪਰਮੇਸ਼ਰ ਦੇ ਚਰਨਾਂ ਦੀ ਧੂੜੀ ਦੀ ਨਿਆਈ ਹੈ। ਕੀਤੀਆ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਸਤਿਗੁਰੂ ਜੀ ਕਹਿੰਦੇ ਕਿੰਨੀਆਂ ਕੰਨ ਕਹਾਣੀਆਂ ਕਹੀਏ ਕ੍ਰਿਸ਼ਨ ਦੀਆਂ ਕਹਾਣੀਆਂ, ਪਤਾ ਹੀ ਨਹੀਂ, ਕਿਉਂਕਿ ਭਾਈ ਸਮੇਂ ਦਾ ਅਵਤਾਰ ਹੈ ਤ੍ਰੇਤੇ ਯੁੱਗ ਦਾ, ਪਤਾ ਨਹੀਂ ਕਿੰਨੀਆਂ ਕਹਾਣੀਆਂ ਨੇ। ਕੌਤਕੀ ਸੀ, ਕੌਤਕ ਵੀ ਕੀਤੇ ਹਨ, ਕੀਤੇ ਵੇਦ ਵਿਚਾਰ। ਮਹਾਰਾਜ ਸਾਹਿਬ ਕਹਿੰਦੇ ਪਤਾ ਨਹੀਂ ਕਿੰਨੇ ਕੁ ਵੇਦ ਵਿਚਾਰਨ ਵਾਲੇ ਨੇ ਵਿਆਸ ਜੀ ਵਰਗੇ, ਕਿੰਨੇ ਕੁ ਵੇਦ ਉਚਾਰਨ ਵਾਲੇ ਨੇ ਬ੍ਰਹਮੇ ਵਰਗੇ। ਮਹਾਰਾਜ ਸਾਹਿਬ ਕਹਿੰਦੇ ਹਨ ਕਿ ਕਿੰਨੀਆਂ ਕੁ ਪਤਾ ਨਹੀਂ ਕ੍ਰਿਸ਼ਨ ਦੀਆਂ ਕਹਾਣੀਆਂ ਨੇ, ਤੇ ਕਿੰਨੇ ਕੁ ਵੇਦ ਨੂੰ ਵਿਚਾਰਨ ਵਾਲੇ ਹਨ। ਕੀਤੇ ਨਚਹਿ ਮੰਗਤੇ ਗੇੜ ਮੁੜ ਪੂਰਹਿ ਤਾਲ, ਮਹਾਰਾਜ ਸਾਹਿਬ ਕਹਿੰਦੇ ਕਿ ਪਤਾ ਨਹੀਂ ਕਿੰਨੇ ਕੁ ਰਾਸ ਧਾਰੀਏ ਨੇ, ਭਾਵ ਕੇ ਮੰਗਤੇ ਨੇ, ਉਹ ਗੇੜ ਮੁੜ ਕੇ ਉੱਥੇ ਹੀ ਉਨੀ ਕੁ ਥਾਂ ਦੇ ਗੇੜੇ ਕੱਢੀ ਜਾ ਰਹੇ ਨੇ, ਆਪਦੇ ਤਾਲ ਪੂਰ ਰਹੇ ਨੇ, ਉਨੀ ਕੁ ਥਾਂ ਤੇ ਮਹਾਰਾਜ ਸਾਹਿਬ ਕਹਿੰਦੇ ਉਹ ਗੇੜੇ ਜੇ ਕੱਢੀ ਜਾ ਰਹੇ ਨੇ ਤੇ ਤਾਲ ਪੂਰਦੇ ਹਨ। ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ, ਉਹ ਜਿਹੜੇ ਬਾਜ਼ਾਰੀ ਕਹੀਏ ਕਿ ਰਾਸਧਾਰੀ ਮੰਗਤੇ ਨੇ ਨਾ, ਉਹ ਫਿਰ ਸਵਾਂਗ ਧਰ ਦਿੰਦੇ ਨੇ ਅੱਗੇ ਬਾਜ਼ਾਰ ਦੇ ਵਿੱਚ ਕੱਢ ਕੇ ਮੰਗਣ ਦੇ ਵਾਸਤੇ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਉਹ ਰਾਸਧਾਰੀਏ ਨੇ, ਮੰਗਤੇ ਨੇ, ਉਹ ਸਵਾਂਗ ਕੱਢ ਕੇ ਰੱਖ ਦਿੰਦੇ ਹਨ। ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ, ਫਿਰ ਉਹ ਕੀ ਕਰਦੇ ਨੇ ਮੰਗਣ ਦੇ ਵਾਸਤੇ, ਜਦੋਂ ਉਹਨਾਂ ਨੇ ਬਾਜ਼ਾਰ ਦੇ ਵਿੱਚ ਸਵਾਂਗ ਕੱਢ ਕੇ ਰੱਖਤੀ ਮੰਗਣ ਦੇ ਵਾਸਤੇ, ਫਿਰ ਮਹਾਰਾਜ ਸਾਹਿਬ ਕਹਿੰਦੇ ਗਾਵਹਿ ਰਾਜੇ ਰਾਣੀਆਂ, ਜਿਵੇਂ ਹਰੀਚੰਦ ਦਾ ਪ੍ਰਸੰਗ ਹੈ, ਹੋਰ ਰਾਣੀਆਂ ਦੇ ਪ੍ਰਸੰਗ ਨੇ, ਪੁਰਾਣੇ ਰਾਜੇ ਰਾਣੀਆਂ ਦੇ ਪ੍ਰਸੰਗ ਆਉਂਦੇ ਨੇ, ਆਲ ਪਤਾਲ ਮੋਹ ਬੋਲਦੇ, ਹੋਰ ਹੀ ਇੱਧਰ ਉੱਧਰ ਦੀਆਂ ਗੱਲਾਂ ਬੋਲਦੇ ਨੇ, ਕੋਈ ਪਰਮੇਸ਼ਰ ਦੀ ਗੱਲ ਨਹੀਂ ਕਰਦੇ, ਸਿਧਾਂਤ ਦੀ ਗੱਲ ਨਹੀਂ ਕਰਦੇ। ਉਹ ਮੰਗਣ ਦੇ ਵਾਸਤੇ ਨਾ ਜਿਹੜੇ ਰਾਸਧਾਰੀਏ ਮੰਗਤੇ ਨੇ, ਸਤਿਗੁਰੂ ਜੀ ਕਹਿੰਦੇ ਉਹ ਮੁਖ ਤੋਂ ਆਲ ਪਤਾਲ ਹੀ ਬੋਲੀ ਜਾ ਰਹੇ ਨੇ, ਕਿ ਜਿਹੜੀ ਆਕਾਸ਼ ਦੀ ਗੱਲ ਉਹ ਧਰਤੀ ਤੇ ਕਰੀ ਜਾ ਰਹੇ ਨੇ, ਜਿਹੜੀ ਧਰਤੀ ਦੀ ਗੱਲ ਉਹ ਆਕਾਸ਼ ਵਿੱਚ ਲਈ ਫਿਰਦੇ ਨੇ, ਕੋਈ ਗੱਲ ਦਾ ਸਿਧਾਂਤ ਜਿਹਾ ਨਹੀਂ ਬਣ ਰਿਹਾ। ਲੱਖ ਟਕਿਆ ਕੇ ਮੁੰਦੜੇ ਲੱਖ ਟਕਿਆ ਕੇ ਹਾਰ, ਸਤਿਗੁਰੂ ਜੀ ਕਹਿੰਦੇ ਬੜੇ ਉਹਨਾਂ ਮਹਿੰਗੇ ਗਹਿਣੇ ਪਾਏ ਨੇ, ਲੱਖਾਂ ਹੀ ਟਕਿਆਂ ਦੇ ਮੁੰਦੜੇ ਪਾਏ ਨੇ, ਤੇ ਲੱਖਾਂ ਹੀ ਟਕਿਆਂ ਦੇ ਕਹੀਏ ਕਿ ਹਾਰ ਪਾਏ ਨੇ ਗਲਾਂ ਦੇ ਵਿੱਚ, ਉਹਨਾਂ ਬੜੇ ਬੇਸ਼ਕੀਮਤੀ ਗਹਿਣੇ ਪਾਏ ਹਨ।
ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਛਾਰ। ਮਹਾਰਾਜ ਸਾਹਿਬ ਕਹਿੰਦੇ ਪਰ ਜੇ ਉਹਨਾਂ ਇੰਨਾ ਪਖੰਡ ਰਚ ਲਿਆ, ਇੰਨਾ ਅਡੰਬਰ ਰਚ ਲਿਆ ਕਿ ਬੜੇ ਬੇਸ਼ਕੀਮਤੀ ਲੱਖਾਂ ਟਕਿਆਂ ਦੇ ਗਹਿਣੇ ਪਾ ਲਏ, ਕਿਉਂਕਿ ਸੰਗਤ ਜੀ ਰੁਪਈਏ ਤੇ ਹੁਣ ਚੱਲੇ ਨੇ ਤਾਂ ਟਕਿਆਂ ਦੀ ਬੜੀ ਕੀਮਤ ਸੀ। ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਛਾਰ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਤਨ ਤੇ ਟਕਿਆਂ ਦੇ, ਜਿਹੜੇ ਇੰਨੇ ਮਹਿੰਗੇ ਟਕਿਆਂ ਦੇ ਇਹ ਹਾਰ ਸ਼ਿੰਗਾਰ ਕਰਦੇ ਹਾਂ, ਅਖੀਰ ਨੂੰ ਇਹ ਤਨ ਤੇ ਛਾਰ ਹੋ ਜਾਣਾ ਹੈ, ਸਵਾਹ ਹੋ ਜਾਣਾ। ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ, ਕਹੋ ਨਾਨਕ ਕਛ ਥਿਰ ਨਹੀਂ ਸੁਪਨੇ ਜਿਉ ਸੰਸਾਰ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇਹ ਤਾਂ ਆਪੋ ਆਪਣੀ ਵਾਰੀ ਨੇ, ਸਾਰਿਆਂ ਨੇ ਚਲੇ ਜਾਣਾ ਹੈ। ਪਰ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਝੂਠੇ ਹਾਰ ਸ਼ਿੰਗਾਰ ਕਰਦੇ ਨੇ ਆਪਦੇ ਤਨ ਦੇ ਉੱਤੇ, ਇਹ ਕਰਦੇ ਕਿਉਂ ਨੇ? ਰੋਟੀਆ ਕਾਰਨ ਪੂਰਾ ਤਾਰ, ਆਪਦਾ ਢਿੱਡ ਭਰਨ ਵਾਸਤੇ ਇੰਨਾ ਜਿਹੜਾ ਅਡੰਬਰ ਮਹਾਰਾਜ ਸਾਹਿਬ ਕਹਿੰਦੇ ਰਚਨ ਦਏ ਨੇ। ਪਰ ਜਿਹੜੇ ਤਨ ਤੇ ਹਾਰ ਸ਼ਿੰਗਾਰ ਕਰਦੇ ਨੇ ਉਹ ਤਨ ਜਿਹੜਾ ਅਖੀਰ ਨੂੰ ਸਵਾਹ ਹੋ ਜਾਣਾ ਹੈ, ਸਵਾਹ। ਫਰੀਦਾ ਖਾਕ ਨਾ ਨਿੰਦੀਐ ਠਾਕੂ ਜੇਠ ਨਾ ਕੋਏ, ਜੀਵ ਦਿਆ ਪੈਰਾ ਥੱਲੇ ਮੋਇਆ ਉੱਪਰ ਹੋਏ। ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਖਾਕ ਜਿਹੜੀ ਨਾ ਮਿੱਟੀ ਛਾਰ, ਇਹਨੂੰ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਇਹ ਜਿਉਂਦਿਆਂ ਦੇ ਪੈਰਾਂ ਥੱਲੇ ਹੈ। ਪਰ ਜਦੋਂ ਜੀਵ ਮਰ ਜਾਂਦਾ ਹੈ ਫਿਰ ਇਹ ਉੱਤੇ ਹੋ ਜਾਂਦੀ, ਜੀਵ ਥੱਲੇ ਹੋ ਜਾਂਦਾ ਹੈ, ਮਿੱਟੀ ਦੇ ਵਿੱਚ ਮਿੱਟੀ ਧੂੜ ਹੋ ਜਾਂਦਾ ਹੈ ਜੀਵ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਹਾਰ ਸ਼ਿੰਗਾਰ ਨਹੀਂ ਕਰਨੀ ਚਾਹੀਦੀ। ਕਲਗੀਧਰ ਮਹਾਰਾਜ ਸਾਹਿਬ ਨੇ ਵੀ ਸਾਨੂੰ ਹੁਕਮ ਕੀਤਾ ਹੈ ਗੁਰਸਿੱਖਾਂ ਨੂੰ, ਕਿਉਂਕਿ ਆਮ ਤੌਰ ਤੇ ਮਾਈਆਂ ਜ਼ਿਆਦਾ ਸ਼ਿੰਗਾਰ ਕਰਦੀਆਂ ਨੇ। ਇਹ ਹੁਕਮ ਕੀਤਾ ਹੈ ਕਿ ਜਿਹੜੇ ਇਹ ਸ਼ਿੰਗਾਰ ਨੇ ਨਾ, ਹਾਰ ਸ਼ਿੰਗਾਰ, ਕੰਨਾਂ ਦੇ ਵਿੱਚ ਵਾਲੀਆਂ ਪਾਉਣੀਆਂ, ਕੋਕੇ ਪਾਉਣੇ, ਹੋਰ ਹਾਰ ਸ਼ਿੰਗਾਰ ਕਰਨੇ, 16 ਪ੍ਰਕਾਰ ਦੇ ਸ਼ਿੰਗਾਰ ਮੰਨੇ ਨੇ ਸਰੀਰ ਦੇ ਉੱਤੇ ਇਸਤਰੀ ਦੇ। ਸਤਿਗੁਰੂ ਜੀ ਕਹਿੰਦੇ ਇਹ ਸਾਰੇ ਝੂਠੇ ਨੇ, ਕਿਉਂਕਿ ਅਖੀਰ ਨੂੰ ਇਹ ਤਨ ਤੇ ਸਵਾਹ ਹੋ ਜਾਣਾ ਹੈ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ। ਸੇਖ ਬ੍ਰਹਮ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਇਹ ਤੇ ਗਿਆਨ ਦੀਆਂ ਗੱਲਾਂ ਕਰਦੇ ਨੇ, ਤੁਸੀਂ ਕਹਿੰਦੇ ਹੋ ਕਿ ਝੂਠ ਹੈ ਸਾਰਾ ਕੁਝ। ਮਹਾਰਾਜ ਸਾਹਿਬ ਜੀ ਇਹ ਤੇ ਗੱਲਾਂ ਹੀ ਡੂੰਘੀਆਂ ਕਰਦੇ ਨੇ, ਇਹ ਆਲ ਪਤਾਲ ਨਹੀਂ ਬੋਲਦੇ, ਇਹ ਤੇ ਗੱਲਾਂ ਹੀ ਗਿਆਨ ਦੀਆਂ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ। ਮਹਾਰਾਜ ਸਾਹਿਬ ਕਹਿੰਦੇ ਕਿ ਸੇਖ ਬ੍ਰਹਮ ਜੀ ਜਿਹੜਾ ਗਿਆਨ ਹੈ ਗੱਲਾਂ ਦੇ ਨਾਲ ਨਹੀਂ ਲੱਭਿਆ ਜਾਂਦਾ, ਗੱਲੀ ਯੋਗ ਨਾ ਹੋਈ, ਗੱਲਾਂ ਦੇ ਨਾਲ ਕਦੇ ਨਹੀਂ ਪਰਮੇਸ਼ਰ ਦੇ ਨਾਲ ਜੁੜਿਆ ਜਾਵੇਗਾ। ਜੇ ਅਸੀਂ ਗੱਲਾਂ ਹੀ ਕਰਦੇ ਰਹਿ ਜਾਾਂਗੇ, ਨਾਮ ਹੀ ਨਾ ਜਪਾਂਗੇ, ਅਡੰਬਰਾਂ ਦੇ ਵਿੱਚ ਹੀ ਫਸ ਜਾਵਾਂਗੇ, ਹਾਰ ਸ਼ਿੰਗਾਰ ਹੀ ਇੰਨੇ ਕਰ ਲਵਾਂਗੇ ਕਿ ਜਿਹਦੇ ਨਾਲ ਵਾਸ਼ਨਾਵਾਂ ਪੈਦਾ ਹੋ ਗਈਆਂ। ਮਹਾਰਾਜ ਸਾਹਿਬ ਕਹਿੰਦੇ ਬ੍ਰਹਮ ਜੀ, ਸੇਖ ਜੀ, ਫਿਰ ਗਿਆਨ ਕਿੱਥੋਂ ਪ੍ਰਗਟ ਹੋਵੇਗਾ? ਉਹਦੇ ਗੱਲੀ ਯੋਗ ਹੋ ਗਿਆ ਨਾ, ਪਰ ਗੱਲੀ ਯੋਗ ਨਾ ਹੋਈ, ਗੱਲਾਂ ਦੇ ਨਾਲ ਕਦੀ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ ਜਾਂਦਾ। ਇਹ ਤੇ ਜਿਹੜਾ ਵਾਹਿਗੁਰੂ ਦਾ ਜਿਹੜਾ ਕਥਨ ਹੈ ਨਾ, ਕਥਨ ਕਰਨਾ ਬੜਾ ਸਾਰ ਹੈ। ਸਾਰ ਕਹੀਏ ਕਿ ਜਿਹੜੀ ਲੋਹੇ ਦੀ ਸਾਰ ਹੁੰਦੀ ਹੈ, ਜਿੱਤੇ ਲੋਹੇ ਦੀ ਬਣਤਰ ਨੂੰ ਘੜਿਆ ਜਾਂਦਾ ਹੈ, ਇੰਨਾ ਜ਼ਿਆਦਾ ਕਰੜਾ ਹੈ ਪਰਮੇਸ਼ਰ ਦੀ ਵਡਿਆਈ ਕਥਨੀ। ਕਰਮ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ। ਸਤਿਗੁਰੂ ਜੀ ਕਹਿੰਦੇ ਜੇ ਕਰਮਾਂ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਮਿਲ ਜੇ, ਜੇ ਕਰਮਾਂ ਦੇ ਵਿੱਚ ਗਿਆਨ ਮਿਲ ਜੇ, ਫਿਰ ਸਤਿਗੁਰੂ ਜੀ ਕਹਿੰਦੇ ਪ੍ਰਾਪਤੀ ਹੋ ਸਕਦੀ ਹੈ। ਨਹੀਂ ਤੇ ਹੋਰ ਜਿੰਨਾ ਵੀ ਪਖੰਡ ਕਰਨਾ ਹੈ ਤੇ ਸਾਰਾ ਖੁਆਰ ਕਹੀਏ ਕਿ ਝੂਠ ਹੈ। ਇਹ ਹੁਕਮ ਦੇ ਵਿੱਚ ਨਹੀਂ ਆਉਂਦਾ ਕਿ ਹਾਰ ਸ਼ਿੰਗਾਰ ਕਰੀ ਜਾਣੇ, ਉਸ ਪਰਮੇਸ਼ਰ ਦੇ ਹੁਕਮ ਤੋਂ ਉਲਟ ਚੱਲਣਾ। ਹੁਣ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਕਿ ਹਾਰ ਸ਼ਿੰਗਾਰ ਨਹੀਂ ਕਰਨਾ। ਹੁਣ ਜੇ ਕੋਈ ਨਾ ਮੰਨੇ, ਲੱਖ ਵਾਰੀ ਨਾ ਮੰਨੇ, ਪਰ ਸਤਿਗੁਰ ਨੇ ਭਾਈ ਹੁਕਮ ਕਰ ਦਿੱਤਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਸੰਗਤ ਜੀ ਗੁਰੂ ਘਰ ਆਇਆ ਪ੍ਰਵਾਨ ਉਦੋਂ ਹੋਵੇਗਾ ਜਦੋਂ ਹੁਕਮ ਨੂੰ ਮੰਨਾਂਗੇ। ਜਿਹੜਾ ਖਸਮ ਦਾ ਮਹਿਲ ਹੈ ਨਾ, ਉਦੋਂ ਪ੍ਰਾਪਤੀ ਹੋਵੇਗੀ ਜਦੋਂ ਹੁਕਮ ਮੰਨਾਂਗੇ। ਜੇ ਹਾਰ ਸ਼ਿੰਗਾਰ ਦੇ ਵਿੱਚ, ਝੂਠ ਖੁਆਰੀ ਦੇ ਵਿੱਚ ਰਹੇ ਨਾ, ਫਿਰ ਗੁਰੂ ਘਰ ਆਉਣ ਦਾ ਵੀ ਕੋਈ ਲਾਭ ਨਹੀਂ ਬਹੁਤਾ ਪ੍ਰਾਪਤ ਹੋਣਾ। ਜਿਹੜੀ ਆਤਮਿਕ ਗਿਆਨ ਦੀ ਅਵਸਥਾ ਹੈ,
ਇਹ ਤੇ ਉਦੋਂ ਪ੍ਰਾਪਤ ਹੋ ਸਕਦੀ ਹੈ ਜਦੋਂ ਸਤਿਗੁਰ ਦਾ ਹੁਕਮ ਮੰਨਾਂਗੇ। ਹੁਕਮ ਮੰਨਿਆ ਹੋਵੇ ਪ੍ਰਵਾਨ, ਜਿਹੜਾ ਹੁਕਮ ਮੰਨ ਲੈਂਦਾ ਹੈ ਉਹ ਜਨਮੀ ਪ੍ਰਵਾਨ ਹੈ। ਇਸ ਕਰਕੇ ਹੁਕਮ ਮੰਨਣਾ ਜ਼ਰੂਰੀ ਹੈ। ਪੌੜੀ ਨਦਰ ਕਰਹਿ ਜੇ ਆਪਣੀ, ਤਾ ਨਦਰੀ ਸਤਿਗੁਰ ਪਾਇਆ। ਸਤਿਗੁਰੂ ਜੀ ਕਹਿੰਦੇ ਜੇ ਉਹ ਅਕਾਲ ਪੁਰਖ ਆਪਦੀ ਇੱਕ ਦੀ ਦ੍ਰਿਸ਼ਟੀ ਕਰਦੇ ਆ ਨਾ, ਸਾਡੇ ਕੁਛ ਜੀਵਾਂ ਵਾਲੇ ਇੱਕ ਵਾਰੀ ਵੇਖ ਲਏ, ਝਲਕੀ ਮਾੜੀ ਜੀ ਵੇਖ ਲੈਣ ਸਾਡੇ ਵੱਲ, ਤਾਂ ਉਹਨਾਂ ਦੀ ਨਜ਼ਰ ਦੇ ਨਾਲ ਹੀ ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਨਾਨਕ ਸਰੂਪ ਦੇ ਦਰਸ਼ਨ ਹੋ ਜਾਂਦੇ ਨੇ ਨਿਰੰਕਾਰ ਪ੍ਰਮਾਤਮਾ ਜੀ ਦੇ, ਕਿਉਂਕਿ ਸਾਰਿਆਂ ਦੀ ਤੇਹ ਲੱਗੀ, ਸਾਰਿਆਂ ਨੂੰ ਹਿਰਦੇ ਦੇ ਵਿੱਚ ਤੇਹ ਹੈ ਕਿ ਗੁਰੂ ਨਾਨਕ ਦੇ ਇੱਕ ਵਾਰੀ ਦਰਸ਼ਨ ਹੋ ਜਾਣ। ਬੜੇ ਦੁਰਲੱਭ ਹਨ ਭਾਈ ਗੁਰੂ ਨਾਨਕ ਦੇ ਦਰਸ਼ਨ, ਐਡੀ ਛੇਤੀ ਨਹੀਂ ਹੁੰਦੇ। ਪਰ ਮਹਾਰਾਜ ਸਾਹਿਬ ਕਹਿੰਦੇ ਜੇ ਅਕਾਲ ਪੁਰਖ ਦੀ ਨਜ਼ਰ ਦ੍ਰਿਸ਼ਟੀ ਹੋ ਜਾਵੇ, ਗੁਰੂ ਨਾਨਕ ਦੇ ਨਿਰੰਕਾਰ ਪ੍ਰਮਾਤਮਾ ਜੀ ਸਾਡੇ ਵੱਲ ਇੱਕ ਵਾਰੀ ਵੇਖ ਲੈਣ, ਫਿਰ ਨਦਰੀ ਸਤਿਗੁਰ ਪਾਇਆ। ਮਹਾਰਾਜ ਸਾਹਿਬ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਜੀ ਦੇ ਆਪ ਦੀ ਨਜ਼ਰ ਦੇ ਨਾਲ ਹੀ ਸਾਨੂੰ ਜੀਵਾਂ ਨੂੰ ਨਿਹਾਲ ਕਰ ਦਿੰਦੇ ਹਨ। ਇਹੋ ਜੀਉ ਬਹੁਤੇ ਜਨਮ ਭਰਮਿਆ, ਤਾ ਸਤਿਗੁਰ ਸ਼ਬਦ ਸੁਣਾਇਆ। ਕਿਉਂਕਿ ਜਿਹੜਾ ਇਹ ਜੀਉ ਹੈ ਨਾ, ਇਹ ਜੀਵ ਇਸਤਰੀ ਹੈ ਜਿਹੜੀ, ਇਹ ਬੜੇ ਜਨਮ ਭਰਮਦਿਆਂ ਨੂੰ ਹੋ ਗਏ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਮਹਾਰਾਜ ਸਾਹਿਬ ਕਹਿੰਦੇ ਹਨ ਕਿ ਬੜਾ ਹੀ ਲੰਮਾ ਸਮਾਂ ਹੋ ਗਿਆ ਹੈ, ਕਿਉਂਕਿ ਮਰ ਮਰ ਜੰਮੈ, ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਬੜੇ ਔਖੇ ਜੇ ਰਾਹ ਤੇ, ਭੈੜੇ ਜੇ ਰਾਹ ਤੇ, ਲੰਮੇ ਰਾਹ ਤੇ ਪਿਆ ਹੈ ਜੀਵ, ਮਰ ਮਰ ਕੇ ਫਿਰ ਜੰਮੀ ਜਾ ਰਿਹਾ ਹੈ, ਪਰ ਆਪਦੇ ਕਰਮ ਨਹੀਂ ਛੱਡਣ ਦਿਆ, ਕਿਉਂਕਿ ਭਰਮਿਆ ਹੋਇਆ ਹੈ। ਇਹ ਸੰਗਤ ਜੀ ਭਰਮ ਪੈਦਾ ਕਦੋਂ ਹੁੰਦਾ ਹੈ? ਭਗਤ ਨਾਮਦੇਵ ਜੀ ਦਾ ਬਚਨ ਹੈ, ਜਿਵੇਂ ਕੱਲ ਵੀ ਆਪ ਜੀ ਨੇ ਸਰਵਣ ਕੀਤਾ ਸੀ, ਤਰਕ ਨਾ ਚਾਹ ਭਰਮਈਆਂ ਚਾਹ, ਕਿ ਗੁਰਸਿੱਖੋ ਕਦੀ ਤਰਕ ਨਾ ਕਰਿਓ ਭਰਮ ਜੋ। ਇਹ ਜਿਹੜਾ ਜੀਓ ਬਹੁਤੇ ਜਨਮ ਭਰਮਿਆ ਨਾ, ਇਹ ਭਰਮਿਆ ਤਾਂ ਹੀ ਆ ਕਿ ਵਾਹਿਗੁਰੂ ਤੇ ਹੀ ਤਰਕ ਕਰਨ ਲੱਗ ਪਿਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਨਹੀਂ ਮੰਨਿਆ, ਕਿਹਾ ਕਿ ਕੋਈ ਨਹੀਂ ਫਿਰ ਉੱਠ ਪਵਾਂਗੇ ਕਿਤੇ ਅੰਮ੍ਰਿਤ ਵੇਲੇ, ਏਡੀ ਕਿਹੜੀ ਗੱਲ ਹੈ, ਕੱਲ ਨੂੰ ਉੱਠ ਪਵਾਂਗੇ। ਸਤਿਗੁਰੂ ਜੀ ਕਹਿੰਦੇ ਕੱਲ ਕੱਲ ਕਰਦੇ ਆ ਕਾਲ ਵਿਆਪੈ। ਪਤਾ ਤੇ ਕਿਸੇ ਨੂੰ ਇੱਕ ਸਕਿੰਟ ਦਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜੇ ਕੱਲ ਕੱਲ ਹੀ ਕਰੀ ਗਿਆ ਤੇ ਇੱਕ ਦਿਨ ਮੌਤ ਆ ਜਾਣੀ ਹੈ। ਮਸਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਜਦੋਂ ਮੌਤ ਆ ਗਈ ਨਾ, ਉਦੋਂ ਸਾਰੇ ਦਰਵਾਜ਼ੇ ਭੰਨ ਕੇ ਉਹਨੇ ਆ ਹੀ ਜਾਣਾ। ਜਿੰਨਾ ਜੀਵ ਮਰਜ਼ੀ ਭੱਜ ਲਵੇ, ਜੋ ਮਰਜ਼ੀ ਕਰ ਲਵੇ। ਇਸ ਕਰਕੇ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਇਹ ਤੇ ਦਿਨ ਰਾਤੀ ਪਰਮੇਸ਼ਰ ਨੂੰ ਆਰਾਧਨਾ ਚਾਹੀਦਾ ਹੈ, ਇੱਕ ਟਾਈਮ ਵੀ ਢਿੱਲ ਨਹੀਂ ਕਰਨੀ ਚਾਹੀਦੀ। ਇਹ ਤੇ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਅਵਸਥਾ ਹੈ ਕਿ ਗੁਰਮੁਖ ਨੇ ਤੇ ਰੋਮ ਰੋਮ ਧਿਆਉਣਾ ਹੈ। 3.5 ਕਰੋੜ ਰੋਮ ਮੰਨੇ ਜਾਂਦੇ ਸਾਡੇ ਸਰੀਰ ਦੇ ਉੱਤੇ। ਜੇ ਇੰਨੀ ਵਾਰੀ ਸੰਗਤ ਜੀ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਕਿਉਂ ਨਾ ਪਾਰ ਉਤਾਰਾ ਹੋਵੇਗਾ। ਇਸ ਕਰਕੇ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਸਤਿਗੁਰੂ ਜੀ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਦੇਖੇ, ਕਹਿ ਰਵਿਦਾਸ ਵਾਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਬੜਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ, ਕਿਰਪਾ ਕਰਕੇ ਸਾਡਾ ਪਾਰ ਉਤਾਰਾ ਕਰ ਦਓ। ਸਤਿਗੁਰੂ ਜੀ ਕਹਿੰਦੇ ਜਿਹੜਾ ਜੀਵ ਇਹ ਭਰਮਿਆ ਪਿਆ ਹੈ, ਫਿਰ ਸਤਿਗੁਰਾਂ ਨੇ ਜਦੋਂ ਕਿਰਪਾ ਕੀਤੀ ਨਾ, ਤਾਂ ਸਤਿਗੁਰ ਸ਼ਬਦ ਸੁਣਾਇਆ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸ਼ਬਦ ਕੀ ਸੁਣਾਇਆ? ਧੁਰ ਕੀ ਬਾਣੀ ਦਾ। ਮਹਾਰਾਜ ਸਾਹਿਬ ਨੇ ਫਰਮਾਨ ਹੀ ਕਰਤਾ, ਗੁਰ ਸਤਿਗੁਰ ਗਾਜੋ ਸਿੱਖ ਅਖਾਏ, ਸੋ ਭਲ ਕੇ ਉਠ ਨਾਮ ਤੇ ਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਾਵੈ। ਸਤਿਗੁਰੂ ਜੀ ਕਹਿੰਦੇ ਜਿਹੜਾ ਸਤਿਗੁਰੂ ਦਾ ਸਿੱਖ ਅਖਾਉਂਦਾ ਹੈ ਨਾ, ਕਹਿੰਦਾ ਹੈ ਕਿ ਮੈਂ ਕਲਗੀਧਰ ਦਾ ਅੰਮ੍ਰਿਤ ਛਕਿਆ ਹੈ, ਮੈਂ ਮਾਤਾ ਸਾਹਿਬ ਦੇਵਾ ਜੀ ਦਾ ਪੁੱਤਰ ਹਾਂ, ਮੈਂ ਮਾਤਾ ਸਾਹਿਬ ਦੇਵਾ ਜੀ ਦੀ ਧੀ ਹਾਂ। ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੇ ਆਪ ਨੂੰ ਇਸ ਪ੍ਰਕਾਰ ਅਖਾਉਂਦਾ ਹੈ ਨਾ, ਫਿਰ ਉਹਦੇ ਵਾਸਤੇ ਸਤਿਗੁਰਾਂ ਨੇ ਸ਼ਬਦ ਸੁਣਾਇਆ ਹੈ। ਕਿਉਂਕਿ ਜੀਵ ਭਰਮਿਆ ਸੀ, ਭਰਮ ਤੋਂ ਛੁੱਟੂ ਕਿਵੇਂ, ਜਨਮਾਂ ਦੇ ਜਾਲ ਤੋਂ ਛੁੱਟੂ ਕਿਵੇਂ? ਜਿਹੜਾ ਸਤਿਗੁਰਾਂ ਨੇ ਸ਼ਬਦ ਸੁਣਾਇਆ ਹੈ ਕਿ ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਕਰੋ,
ਦਿਨ ਰਾਤੀ ਆਰਾਧੋ ਪਿਆਰੋ, ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜਾ ਇਹ ਗੁਰਮੁਖ ਗਾਡੀ ਰਾਹ ਚਲਾਇਆ ਨਾ ਪਰਮੇਸ਼ਰ ਨੇ, ਸਤਿਗੁਰੂ ਜੀ ਕਹਿੰਦੇ ਜਿਹੜਾ ਜੀਵ ਨੇ ਸ਼ਬਦ ਸੁਰਤ ਦਾ ਮੇਲ ਕਰ ਲਿਆ, ਜਦੋਂ ਸ਼ਬਦ ਨੂੰ ਆਪਦੇ ਹਿਰਦੇ 'ਤੇ ਵਸਾ ਲਿਆ, ਫਿਰ ਸਤਿਗੁਰੂ ਜੀ ਪ੍ਰਮਾਣ ਕਰਦੇ ਹਨ, ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਮਹਾਰਾਜ ਸਾਹਿਬ ਕਹਿੰਦੇ ਫਿਰ ਸਤਿਗੁਰੂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਤੇ ਸਤਿਗੁਰੂ ਕੌਣ ਹੈ? ਸਤਿਗੁਰ ਜੀਵੜ ਦਾਤਾ ਕੋ ਨਹੀਂ, ਕਿ ਸਤਿਗੁਰੂ ਜੀ ਜਿਹੜੇ ਹਨ ਉਹਨਾਂ ਤੋਂ ਬਗੈਰ ਦਾਤਾ ਕੋਈ ਨਹੀਂ। ਦਾਤਾ ਕੇਵਲ ਤੇ ਕੇਵਲ ਗੁਰੂ ਨਾਨਕ ਹੀ ਹੈ ਭਾਈ। ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਸਿੱਖ ਹੋਵੇ, ਭਾਵੇਂ ਈਸਾਈ ਹੋਵੇ, ਸਾਰਿਆਂ ਦਾ ਦਾਤਾ ਗੁਰੂ ਨਾਨਕ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨਿਰੰਕਾਰ ਜੀ ਦਾ ਸਰੂਪ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ, ਸਤਿਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਆ ਹੋ ਲੋਕ ਸਬਾਇਆ। ਸਬਾਇਆ ਕਹੀਏ ਕਿ ਸਾਰੀ ਸ੍ਰਿਸ਼ਟੀ ਦੇ ਲੋਕੋ ਸੁਣ ਲਓ, ਕੰਨ ਖੋਲ ਕੇ ਸੁਣ ਲਓ ਕਿ ਸਤਿਗੁਰੂ ਤੋਂ ਬਗੈਰ ਕੋਈ ਗੁਰੂ ਨਹੀਂ ਹੈ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋ ਆਪ ਗਵਾਇਆ। ਸਤਿਗੁਰੂ ਜੀ ਕਹਿੰਦੇ ਜਿਹਨੇ ਆਪਣੇ ਵਿੱਚੋਂ ਆਪਾ ਭਾਵ ਮੁਕਾ ਲਿਆ ਨਾ, ਭਾਵ ਕਿ ਹੰਤਾ ਮਮਤਾ ਮਾਰ ਲਈ, ਆਪਣੇ ਵਿੱਚੋਂ ਮੁਕਾ ਲਿਆ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪਤੇ, ਕਿਆ ਲਾਗੈ ਮੇਰਾ। ਸਤਿਗੁਰੂ ਜੀ ਕਹਿੰਦੇ ਜਿਹਨੇ ਇਸ ਪ੍ਰਕਾਰ ਜਾਣ ਲਿਆ ਨਾ ਕਿ ਮਹਾਰਾਜ ਜੀ ਮੇਰਾ ਮੇਰੇ ਵਿੱਚ ਕੁਝ ਵੀ ਨਹੀਂ, ਤੂੰ ਦਿੱਤਾ ਜੋ ਦਿੱਤਾ, ਜੋ ਲੈਣਾ ਹੈ ਤੂੰ ਲੈ ਲੈਣਾ ਹੈ, ਅਸੀਂ ਤੇ ਤੇਰੇ ਹੁਕਮ ਵਿੱਚ ਵਰਤੇ, ਜਿਵੇਂ ਤੂੰ ਵਰਤਾਇਆ ਉਵੇਂ ਵਰਤੀ ਗਏ। ਸਤਿਗੁਰੂ ਜੀ ਕਹਿੰਦੇ ਜਿਹਨੇ ਇਸ ਪ੍ਰਕਾਰ ਜਾਣ ਲਿਆ ਨਾ ਕਿ ਆਪਦਾ ਆਪਾ ਭਾਵ ਹੀ ਮੁਕਾ ਦਿੱਤਾ, ਇਹ ਸੋਚਿਆ ਕਿ ਜੋ ਕੀਤਾ ਪਰਮੇਸ਼ਰ ਨੇ ਕੀਤਾ, ਇਹ ਮੰਨਿਆ ਕਿ ਤੇਰਾ ਭਾਣਾ ਮੀਠਾ ਲੱਗੈ, ਕਿ ਮਹਾਰਾਜ ਜੀ ਆਪ ਜੀ ਦਾ ਜਿਹੜਾ ਭਾਣਾ ਬੜਾ ਮਿੱਠਾ ਲੱਗਦਾ ਹੈ, ਜਿਵੇਂ ਆਪ ਜੀ ਵਰਤਾਉਂਦੇ ਹੋ। ਸਤਿਗੁਰ ਮਿਲਿਆ ਸੱਚ ਪਾਇਆ, ਫਿਰ ਕੀ ਪ੍ਰਾਪਤੀ ਹੋਈ? ਸਤਿਗੁਰ ਮਿਲਿਆ ਸੱਚ ਪਾਇਆ। ਜਿਹੜਾ ਸੱਚਾ ਸਤਿਗੁਰੂ ਹੈ ਨਾ, ਉਹਦੀ ਪ੍ਰਾਪਤੀ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਸਿੱਖ ਬਣ ਗਏ ਭਾਈ। ਇਹਦੋਂ ਵੱਡੀ ਹੋਰ ਰਾਜ ਪਦਵੀ ਕਿਹੜੀ ਹੋਵੇਗੀ? ਜਿਹੜਾ ਭਗਤੀ ਬਣ ਗਿਆ ਵਾਹਿਗੁਰੂ ਦਾ, ਫਿਰ ਇਹਦੋਂ ਵੱਡੀ ਪ੍ਰਾਪਤੀ ਹੋਰ ਕੀ ਹੋਵੇਗੀ, ਜਿਹਨੂੰ ਭਗਤੀ ਪਦ ਦੀ ਪ੍ਰਾਪਤੀ ਹੋ ਗਈ। ਪੰਡਤ ਸ਼ੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਾਵੇਂ ਕੋਈ ਜਿੰਨਾ ਵੱਡਾ ਮਰਜ਼ੀ ਵਿਦਵਾਨ ਹੋਵੇ, ਜਿੰਨੇ ਮਰਜ਼ੀ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ, ਜੋ ਕੁਝ ਮਰਜ਼ੀ ਪੜ੍ਹਿਆ ਹੋਵੇ, BA MA ਕੀਤੀ ਹੋਵੇ, ਜਿੰਨੇ ਮਰਜ਼ੀ ਕੋਰਸ ਕੀਤੇ ਹੋਣ, ਤੇ ਭਾਵੇਂ ਜਿੰਨਾ ਮਰਜ਼ੀ ਵੱਡਾ ਸੂਰਮਾ ਹੋਵੇ, ਤੇ ਭਾਵੇਂ ਰਾਜ ਭਾਗ ਬੜਾ ਉਹਦੇ ਕੋਲ ਵੱਡਾ ਹੋਵੇ, ਸਤਿਗੁਰੂ ਜੀ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ। ਭਗਤੀ ਦੇ ਬਰਾਬਰ ਇਹ ਸਾਰਾ ਕੁਝ ਹੀ ਤੁੱਛ ਹੈ। ਇਹ ਸਾਰੀਆਂ ਚੀਜ਼ਾਂ ਦੇ ਭਗਤ ਦੇ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ ਨੇ। ਭਗਤ ਦੀ ਚਰਨਾਂ ਦੀ ਧੂੜੀ ਵਿੱਚ ਹੀ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਇਹ ਜਿੰਨੇ ਵੀ ਨਿੱਕੇ ਨਿੱਕ ਛੁੱਕ ਜੋ ਵੀ ਸਮਾਨ ਜਿਹਾ ਇਹ ਛੋਟਾ ਛੋਟਾ ਹੈ, ਇਹ ਕੋਈ ਪ੍ਰਾਪਤੀਆਂ ਨੇ ਸੰਗਤ ਜੀ। ਕਿਸੇ ਨੂੰ ਰਾਜ ਭਾਗ ਮਿਲ ਜਾਣਾ, ਕਿਸੇ ਨੇ ਵਿੱਦਿਆ ਪੜ੍ਹ ਲੈਣੀ, ਇਹ ਕੋਈ ਪ੍ਰਾਪਤੀ ਨਹੀਂ ਕਹਿ ਸਕਦੇ। ਪ੍ਰਾਪਤੀ ਤੇ ਕੇਵਲ ਵਾਹਿਗੁਰੂ ਦੇ ਨਾਮ ਦੀ ਕਹਿ ਸਕਦੇ ਹਾਂ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਜਿਹੜਾ ਜੜਾਓ ਦੇ ਹੀਰਿਆਂ ਦੇ ਵਿੱਚ ਗੁਰੂ ਦਾ ਰਤਨ ਸ਼ਬਦ ਜੜਿਆ ਹੈ, ਪ੍ਰਾਪਤੀ ਤੇ ਉਹਦੀ ਹੋ ਗਈ। ਫਿਰ ਕਹੀਏ ਮੰਨੀਏ ਕਿ ਪ੍ਰਾਪਤੀ ਹੈ। ਜੇ ਕੋਈ ਰਾਜ ਭਾਗ ਮਿਲ ਗਿਆ, ਇਹਦੇ ਕਰਮਾਂ ਦੇ ਹਿਸਾਬ ਨਾਲ ਵੀ ਕਰਮ ਇਹੋ ਜਿਹਾ ਕੀਤਾ ਹੋਵੇ, ਰਾਜ ਭਾਗ ਮਿਲ ਹੀ ਜਾਂਦਾ ਭਾਈ। ਇਹ ਤੇ ਭਗਤਾਂ ਦੇ ਚਰਨਾਂ ਵਿੱਚ ਆਮ ਹੀ ਹੈ। ਇਸ ਕਰਕੇ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਸੱਚ ਪਾਇਆ, ਜਦੋਂ ਸੱਚ ਨੂੰ ਜੀਵ ਪਾ ਲੈਂਦਾ ਹੈ, ਉਦੋਂ ਸਤਿਗੁਰੂ ਜੀ ਫਰਮਾਉਂਦੇ ਹਨ, ਜਿਨ ਸੱਚੋ ਸੱਚ ਬੁਝਾਇਆ। ਮਹਾਰਾਜ ਸਾਹਿਬ ਕਹਿੰਦੇ ਜਿਨਨੇ ਉਸ ਸਤਿਗੁਰੂ ਨੇ ਸਾਨੂੰ ਜੀਵਾਂ ਨੂੰ ਕਿਰਪਾ ਕੀਤੀ, ਸਾਡੇ ਜੀਵਾਂ ਦੇ ਉੱਤੇ ਸੱਚੋ ਸੱਚ ਬੁਝਾਇਆ। ਸੱਚੋ ਕਹੀਏ ਕਿ ਨਿਸ਼ਚੇ ਕਰਕੇ ਸੱਚ ਬੁਝਾਇਆ, ਸਾਡੇ ਹਿਰਦੇ ਦੇ ਅੰਦਰ ਸੱਚ ਦਾ ਵਾਸਾ ਕਰਾ ਦਿੱਤਾ, ਸੱਚ ਜਿਹੜਾ ਪ੍ਰਗਟ ਕਰਵਾ ਦਿੱਤਾ। ਕਿਉਂਕਿ ਸੱਚ ਕੋਈ ਵਿਰਲਾ ਹੀ ਬੋਲਦਾ ਹੈ। ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਜੋ ਗੁਰ ਦੱਸੈ ਵਾਟ ਮੁਰੀਤਾ ਜੋਲੀ ਹੈ। ਜਿਹੜਾ ਗੁਰੂ ਰਾਹ ਦੱਸਦੇ ਨਾ, ਜਿਹੜਾ ਉਹ 'ਤੇ ਚੱਲ ਪਏ, ਗੁਰੂ ਦਾ ਰਾਹ ਕੀ ਹੈ?
ਕਿ ਸੱਚ ਬੋਲਣਾ ਹੈ, ਕਦੀ ਝੂਠ ਨਹੀਂ ਬੋਲਣਾ, ਕਿਉਂਕਿ ਝੂਠ ਦੀ ਤੇ ਹਾਮੀ ਕੋਈ ਭਰਦਾ ਹੀ ਨਹੀਂ ਨਾ। ਝੂਠਾ ਬੰਦਾ ਜਿਹੜਾ ਹੈ ਉਹਨੂੰ ਤੇ ਗੁਰਮਤਿ ਨੇ ਚੋਰ ਆਖਿਆ ਹੈ ਰੱਬ ਦਾ। ਫਿਰ ਚੋਰ ਦੀ ਬਾਤ ਸਤਿਗੁਰੂ ਜੀ ਕਹਿੰਦੇ ਨੇ, ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਆ ਹੋਏ। ਜਿਹੜਾ ਰੱਬ ਦਾ ਝੂਠਾ ਬੰਦਾ ਚੋਰ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹਦੀ ਹਾਮੀ ਨਹੀਂ ਕੋਈ ਭਰਦਾ ਸੰਸਾਰ ਤੇ। ਹੁਣ ਚੋਰ ਦੀ ਹਾਮੀ ਕੌਣ ਭਰਦਾ ਹੈ? ਤੇ ਜੇ ਕੋਈ ਚੋਰ ਨੇ ਕੋਈ ਚੋਰੀ ਕਰ ਲਈ, ਚੰਗਾ ਕਿਵੇਂ ਹੋ ਜਾਊਗਾ ਜਦੋਂ ਚੋਰ ਨੇ ਚੋਰੀ ਕਰ ਲਈ? ਚੋਰੀ ਕਾਹਦੀ ਕੀਤੀ ਹੈ ਕਿ ਵਿਕਾਰ ਜਿਹੜੇ ਹਨ ਇਹਨਾਂ ਦੇ ਮਗਰ ਲੱਗ ਕੇ ਨਾਮ ਲੁੱਟਣ ਲੱਗ ਪਏ। ਜਿਹੜੇ ਭਗਤ ਨੇ ਉਹਨਾਂ ਨੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਉਹਨਾਂ ਨੂੰ ਛੇੜਦਾ ਹੈ, ਜਾ ਝੂਠ ਬੋਲਦਾ ਹੈ, ਈਰਖਾ ਦੁਵੇਸ਼ ਕਰਦਾ ਹੈ, ਨਿੰਦਿਆ ਕਰਦਾ ਹੈ ਉਹਨਾਂ ਦੇ ਕੋਲ ਜਾ ਕੇ। ਨਿੰਦਾ ਦੀ ਬਾਬਤ ਸਤਿਗੁਰੂ ਜੀ ਕਹਿੰਦੇ ਨੇ, ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਖ ਮੁਗਧ ਕਰਾਨਾ। ਜਿਹੜੀ ਨਿੰਦਿਆ ਹੈ ਭਲੀ ਨਹੀਂ ਗੁਰਸਿੱਖੋ ਕਿਸੇ ਦੀ, ਭਾਵੇਂ ਕੋਈ ਜਿੰਨਾ ਮਰਜ਼ੀ ਮਾੜਾ ਹੋਵੇ, ਜਿੰਨੇ ਮਰਜ਼ੀ ਪਾਪ ਕਰਦਾ ਹੋਵੇ, ਪਰ ਜਿਹੜੀ ਗੱਲ ਕਹਿਣੀ ਉਹਦੇ ਮੂੰਹ ਤੇ ਕਹੋ। ਪਿੱਠ ਪਿੱਛੇ ਵਾਰ ਨਹੀਂ ਕਦੀ ਕਰਨਾ ਚਾਹੀਦਾ, ਇਹ ਖਾਲਸੇ ਦਾ ਧਰਮ ਨਹੀਂ ਹੈ। ਜਿਹੜੀ ਗੱਲ ਕਰਨੀ ਮੂੰਹ ਤੇ ਕਰੋ। ਨਿੰਦਿਆ ਤੇ ਕਿਸੇ ਦੀ ਵੀ ਨਹੀਂ ਚੰਗੀ। ਜੇ ਕੋਈ ਕਰਦਾ ਤੇ ਮਹਾਰਾਜ ਕਹਿੰਦੇ ਉਹ ਮਨਮੁਖ ਹੈ, ਮੂਰਖ ਹੈ। ਇਹ ਗੁਰਬਾਣੀ ਨੇ ਸੰਤ ਜੀ ਆਖਿਆ। ਵੇਖੋ ਧੁਰ ਕੀ ਬਾਣੀ ਨੇ ਆਖਿਆ ਹੈ ਕਿ ਮਨਮੁਖ ਮੁਗਧ ਕਰਾਨਾ। ਜਿਹੜੇ ਮਨਮੁਖ ਨੇ ਤੇ ਮੂਰਖ ਨੇ ਉਹ ਕਰਦੇ ਨੇ ਨਿੰਦਿਆ। ਇਸ ਕਰਕੇ ਇਹਨਾਂ ਈਰਖਾ ਦੁਵੇਸ਼ ਤੋਂ, ਛਲ ਕਪਟ ਤੋਂ, ਚਾਰ ਬੱਜਰ ਘਰੇਤਾਂ ਤੋਂ, ਮਾੜੇ ਕਰਮਾਂ ਤੋਂ ਬਚਣਾ ਚਾਹੀਦਾ। ਜਿਹੜੇ ਸ਼ੁਭ ਗੁਣ ਨੇ ਨਾ, ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ, ਗੁਰਬਾਣੀ ਜੀ ਕਾ ਅਰਥ ਬੋਧ ਗਿਆਨ ਆਨੰਦ ਪ੍ਰੇਮ ਪਿਆਰ ਸਰਦਾ ਭਾਵਨਾ, ਗੁਰਮੁਖਾਂ ਵਾਲਾ ਕਰਮ ਧਰਮ ਜੀਵਨ ਨਿਤਨੇਮ ਬੰਦਗੀ ਭਜਨ, ਇਹ ਜਿੰਨੇ ਵੀ ਸ਼ੁਭ ਗੁਣ ਨੇ ਧਾਰਨ ਕਰਨੇ ਚਾਹੀਦੀਆਂ ਨੇ ਆਪਦੇ ਅੰਦਰ। ਫਿਰ ਸੱਚ ਬੁਝਾਇਆ, ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਨਿਸ਼ਚੇ ਕਰਕੇ ਸਾਡੇ ਅੰਦਰ ਸੱਚ ਦੀ ਜੋਤ ਜਗਾ ਦਿੰਦੇ ਨੇ। ਇਸ ਕਰਕੇ ਭਾਈ ਗੁਰੂ ਦੇ ਲੜ ਲੱਗਣ ਦੀ ਲੋੜ ਹੈ। ਜਿਹਨੇ ਗੁਰੂ ਦਾ ਪੱਲਾ ਫੜਿਆ ਉਹ ਧਰਿਆ ਹੀ ਹੈ, ਕਦੇ ਡੁੱਬਿਆ ਨਹੀਂ। ਇਸ ਕਰਕੇ ਸਮਾਂ ਹੋ ਗਿਆ ਹੈ। ਆਓ 2 ਮਿੰਟ ਨਾ ਨਾਮ ਸਿਮਰਨ ਦੀ ਹਾਜ਼ਰੀ ਲਵਾਈਏ ਸਾਰੇ। ਇਹ ਪ੍ਰਾਪਤੀ ਹੁੰਦੀ ਸੰਗਤ ਜੀ ਕੋਈ। ਇਸ ਕਰਕੇ ਆਓ ਮਨੋਬਿਰਤੀਆਂ ਨੂੰ ਇਕਾਗਰ ਕਰੀਏ। 6 ਵਜੇ ਆਪਾਂ ਸਮਾਪਤੀ ਤਕਰੀਬਨ ਕਰ ਹੀ ਦੇਣੀ ਹੈ। ਸਾਰੇ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਵਾਹਿਗੁਰੂ 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 ਬਿਨ ਨਾਵੈ ਨਾਹੀ ਕੋ ਥਾਓ। ਬਿਨਾ ਨਾਮ ਤੋਂ ਕਿਤੇ ਥਾਂ ਨਹੀਂ ਲੱਭਣੀ। ਜਿੱਥੇ ਮਰਜ਼ੀ ਚਲੇ ਜਾਓ ਨਾਮ ਜਪਣਾ ਹੀ ਪਵੇਗਾ। ਇਸ ਕਰਕੇ ਆਓ ਸਾਰੇ ਰਲ ਮਿਲ ਕੇ ਪੰਕਤੀਆਂ ਪੜ੍ਹੀਏ ਅਖੀਰਲੀਆਂ। ਜਦੋਂ ਵੀ ਕੋਈ ਸਿੱਖ ਅਰਦਾਸ ਕਰਦੇ ਨੇ ਨਾ, ਕੋਈ ਵੀ ਪੰਕਤੀ ਸਾਨੂੰ ਆਉਂਦੀ ਜ਼ਰੂਰ ਨਾਲ ਪੜ੍ਹਿਆ ਕਰੋ। ਇਹਦੇ ਵਿੱਚ ਹੀ ਲਾਭ ਪ੍ਰਾਪਤ ਹੈ। ਸਾਰੇ ਦੁੱਖ ਦਰਿੱਦਰ ਦੂਰ ਹੋ ਜਾਂਦੇ ਨੇ ਜਦੋਂ ਰਲ ਮਿਲ ਕੇ ਪੰਕਤੀਆਂ ਪੜ੍ਹਦੇ ਹਨ ਗੁਰਸਿੱਖ। ਜਦੋਂ ਹੁਕਮਨਾਮਾ ਸਾਹਿਬ ਲਈਦਾ ਹੈ, ਜਿਹੜੀ ਪੰਕਤੀ ਆਉਂਦੀ ਭਾਈ ਨਾਲ ਪੜ੍ਹਿਆ ਕਰੋ, ਬੜਾ ਜ਼ਿਆਦਾ ਲਾਭ ਪ੍ਰਾਪਤ ਹੈ। ਇਸ ਕਰਕੇ ਆਓ ਸਮਾਪਤੀ ਦੀਆਂ ਜਿਹੜੀਆਂ ਪੰਕਤੀਆਂ ਨੇ ਨਾ, ਅਖੀਰਲੀਆਂ 2
ਉਹ ਪ੍ਰੇਮ ਸਤਿਕਾਰ ਦੇ ਨਾਲ ਪੜ੍ਹੀਏ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕਾ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨਹਾਰ। ਹੇ ਸੰਤ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੂ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਕਰੂਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਤਰੇ ਪਾਰ। ਜੋ ਸਰਦਾ ਕਰ ਸੇਮ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੂਤ ਹੈ, ਸੁਨਹੁ ਸੁਸਿੰਘ ਸੁਜਾਨਾ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰਹੁ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰਹੁ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ